ਹੈਲੋ ਫਰੈਂਡਸ, ਕੱਲ੍ਹ ਆਪਾਂ ਇੰਡੀਅਨ ਪੋਲਿਟੀ ਸਬਜੈਕਟ ਆਪਣਾ ਸ਼ੁਰੂ ਕੀਤਾ ਸੀ ਅਤੇ ਉਹਦੇ ਵਿੱਚ ਆਪਾਂ ਸੰਵਿਧਾਨ ਸਭਾ ਬਾਰੇ ਪੜ੍ਹ ਚੁੱਕੇ ਸੀ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਚੱਲਿਆ ਸੀ ਕਿ ਸੰਵਿਧਾਨ ਸਭਾ ਦੇ ਜਿਹੜੇ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਗਏ ਸੀ ਉਹ ਸੀ ਸਚਿਦਾਨੰਦ ਸਿਨਹਾ ਜੀ, ਅਤੇ ਪਰਮਾਨੈਂਟ ਪ੍ਰੈਜ਼ੀਡੈਂਟ ਚੁਣੇ ਗਏ ਸੀ ਡਾਕਟਰ ਰਾਜਿੰਦਰ ਪ੍ਰਸਾਦ ਜੀ। ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਸੰਵਿਧਾਨ ਸਭਾ ਦੇ ਨਿਰਮਾਣ ਲਈ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਸੀ। ਉਸ ਡਰਾਫਟਿੰਗ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਸੀ ਅਤੇ ਕਦੋਂ ਇਸ ਦਾ ਗਠਨ ਕੀਤਾ ਗਿਆ ਸੀ। ਡਰਾਫਟਿੰਗ ਕਮੇਟੀ ਦਾ ਜਿਹੜਾ ਗਠਨ ਹੈ ਉਹ 29 ਅਗਸਤ 1947 ਨੂੰ ਕੀਤਾ ਗਿਆ ਸੀ, ਅਤੇ ਡਰਾਫਟਿੰਗ ਕਮੇਟੀ ਦੇ ਜਿਹੜੇ ਮੈਂਬਰ ਬਣੇ ਸੀ ਉਹ ਸੀ 7। ਅਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਮੈਂਬਰਸ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਸਭ ਤੋਂ ਪਹਿਲੇ ਮੈਂਬਰ ਨੇ ਜਿਹੜੇ ਉਹਨੇ ਆਪਣੇ ਡਾਕਟਰ BR ਅੰਬੇਦਕਰ ਜੀ, ਜਿਹੜੇ ਪ੍ਰੈਜ਼ੀਡੈਂਟ ਚੁਣੇ ਗਏ ਸੀ। ਸੈਕਿੰਡ ਮੈਂਬਰ ਸੀ ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ। ਥਰਡ ਸੀ N ਗੋਪਾਲਾ ਸਵਾਮੀ ਅਯੰਗਰ। ਫੋਰਥ ਸੀ KM ਮੁਨਸ਼ੀ। ਫਿਫਥ ਸੈਯਦ ਮੁਹੰਮਦ ਸਾਦੁੱਲਾ। ਸਿਕਸਥ ਜਿਹੜੇ ਮਿਨਿਸਟਰ ਆਪਣੇ ਚੁਣੇ ਗਏ ਸੀ ਉਹ ਸੀ BL ਮਿੱਟਰ। ਪਰ 5 ਦਸੰਬਰ 1947 ਨੂੰ ਇਹਨਾਂ ਨੇ ਰਿਜ਼ਾਈਨ ਦੇ ਦਿੱਤਾ ਸੀ, ਅਤੇ ਉਸ ਤੋਂ ਬਾਅਦ N ਮਾਧਵਾ ਰਾਓ ਨੂੰ ਚੁਣਿਆ ਗਿਆ। ਅਗਲੇ ਜਿਹੜੇ ਮੰਤਰੀ ਆਪਣੇ ਚੁਣੇ ਗਏ ਉਹਨੇ DP ਖੇਤਾਨ। 5 ਫਰਵਰੀ 1948 ਨੂੰ ਇਹਨਾਂ ਦੀ ਡੈਥ ਹੋ ਗਈ ਸੀ, ਅਤੇ ਉਹਨਾਂ ਦੀ ਜਗ੍ਹਾ 'ਤੇ TT ਕ੍ਰਿਸ਼ਨਾਚਾਰੀ ਨੂੰ ਚੁਣਿਆ ਗਿਆ। ਇੱਥੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ 7 ਮੈਂਬਰ ਸੀ ਡਰਾਫਟਿੰਗ ਕਮੇਟੀ ਦੇ ਮੈਂਬਰ ਰਹੇ। ਇਸ ਡਰਾਫਟਿੰਗ ਕਮੇਟੀ ਦਾ ਜਿਹੜਾ ਮੁੱਖ ਕੰਮ ਸੀ ਉਹ ਸੀ ਸੰਵਿਧਾਨ ਬਾਰੇ ਸਾਰਾ ਖਾਕਾ ਤਿਆਰ ਕਰਨਾ। ਅਤੇ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਦੇਖੋ ਵੀ ਜਿਹੜੀਆਂ ਰਿਪੋਰਟਸ ਪੇਸ਼ ਕੀਤੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ। ਆਰਟੀਕਲਸ ਆਪਣੇ ਸੰਵਿਧਾਨ ਵਿੱਚ 395, ਸ਼ਡਿਊਲਸ 8, ਪਾਰਟਸ 22। ਇਹ ਉਦੋਂ ਦੀ ਗੱਲ ਹੈ ਜਦੋਂ ਆਪਣਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਪਰ ਐਟ ਪ੍ਰੈਜ਼ੈਂਟ ਆਪਣੇ ਸੰਵਿਧਾਨ ਵਿੱਚ 465 ਆਰਟੀਕਲ, 12 ਸ਼ਡਿਊਲਸ ਅਤੇ 25 ਪਾਰਟ ਹਨ। 2 ਸਾਲ 11 ਮਹੀਨੇ 18 ਦਿਨ ਤੋਂ ਬਾਅਦ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ, ਅਤੇ ਆਪਣੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਅਡੋਪਟ ਕਰ ਲਿਆ ਗਿਆ। ਅਤੇ ਆਪਣੀ ਜਿਹੜੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਉਸ ਦਾ ਜਿਹੜਾ ਲਾਸਟ ਸੈਸ਼ਨ ਸੀ ਉਹ 24 ਜਨਵਰੀ 1950 ਨੂੰ ਹੋਇਆ। ਅਤੇ ਹੁਣ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਆਪਣਾ ਸੰਵਿਧਾਨ ਹੈ ਉਹ 26 ਜਨਵਰੀ 1950 ਨੂੰ ਲਾਗੂ ਤਾਂ ਕੀਤਾ ਗਿਆ, ਪਰ ਇਹਦੇ ਪਿੱਛੇ ਕੀ ਕਾਰਨ ਸੀ। ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਸ ਤੋਂ ਪਹਿਲਾਂ 26 ਜਨਵਰੀ 1929 ਨੂੰ ਲਾਹੌਰ ਵਿਖੇ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ। ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ। ਉਸੇ ਦਿਨ ਨੂੰ ਆਪਾਂ ਰਿਪਬਲਿਕ ਡੇ ਵਜੋਂ ਮਨਾਉਂਦੇ ਹਾਂ, ਅਤੇ ਜੋ 26 ਨਵੰਬਰ ਵਾਲਾ ਦਿਨ ਹੈ ਉਸ ਨੂੰ ਆਪਾਂ ਕੌਂਸਟੀਟਿਊਐਂਟ ਡੇ ਵਜੋਂ ਮਨਾਉਂਦੇ ਹਾਂ। ਹੁਣ ਆਪਾਂ ਕੁਛ ਇੰਪੋਰਟੈਂਟ ਫੈਕਟਸ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਆਪਣਾ ਇੰਡੀਆ ਦਾ ਨੈਸ਼ਨਲ ਫਲੈਗ। ਇੰਡੀਆ ਦਾ ਜਿਹੜਾ ਨੈਸ਼ਨਲ ਫਲੈਗ ਹੈ ਆਪਣਾ ਉਹ 22 ਜੁਲਾਈ 1947 ਨੂੰ ਅਡੋਪਟ ਕੀਤਾ ਗਿਆ ਸੀ। ਨੈਸ਼ਨਲ ਐਂਥਮ ਅਤੇ ਨੈਸ਼ਨਲ ਸੌਂਗ ਦੋਨੋਂ ਹੀ 24 ਜਨਵਰੀ 1950 ਨੂੰ ਅਡੋਪਟ ਕੀਤੇ ਗਏ। ਸਭ ਤੋਂ ਪਹਿਲੇ ਆਪਣੇ ਜਿਹੜੇ ਪ੍ਰੈਜ਼ੀਡੈਂਟ ਨੇ ਡਾਕਟਰ ਰਾਜਿੰਦਰ ਪ੍ਰਸਾਦ ਜੀ, ਉਹਨਾਂ ਨੂੰ 24 ਜਨਵਰੀ 1950 ਨੂੰ ਚੁਣਿਆ ਗਿਆ। ਆਪਣੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ 25 ਜਨਵਰੀ 1950 ਨੂੰ ਹੀ ਇਸਟੈਬਲਿਸ਼ ਕੀਤਾ ਗਿਆ। 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ, ਅਤੇ ਹੁਣ ਆਪਾਂ ਸੰਵਿਧਾਨ ਦੀਆਂ ਪ੍ਰਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਦੇਖ ਲੈਂਦੇ ਹਾਂ। ਸਭ ਤੋਂ ਪਹਿਲੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ। ਆਪਣੇ ਭਾਰਤ ਦਾ ਸੰਵਿਧਾਨ ਲੰਬਾ ਅਤੇ ਵਿਸਤ੍ਰਿਤ ਹੈ। ਇਸ ਆਪਾਂ ਪੜ੍ਹ ਚੁੱਕੇ ਹਾਂ ਕਿ ਆਪਣੇ ਭਾਰਤੀ ਸੰਵਿਧਾਨ ਵਿੱਚ 395 ਅਨੁਛੇਦ ਅਤੇ 12 ਅਨੁਸੂਚੀਆਂ ਹਨ। ਇਸੇ ਕਾਰਨ ਆਪਣੇ ਸੰਵਿਧਾਨ ਦਾ ਆਕਾਰ ਹੈ ਜਿਹੜਾ ਉਹ ਵੱਡਾ ਹੈ। ਇਸ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਦੇਖਦੇ ਹਾਂ ਆਪਾਂ। ਇਸ ਵਿੱਚ ਸੰਘੀ ਸਰਕਾਰ ਦੀ ਸਥਾਪਨਾ ਦਾ ਵਰਣਨ ਹੈ। ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਅਤੇ ਕਬੀਲਿਆਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਨਾ ਹੈ। ਇਸ ਤੋਂ ਇਲਾਵਾ ਇਸ ਵਿੱਚ ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਤਾਰਪੂਰਵਕ ਵਰਣਨ ਕੀਤਾ ਗਿਆ ਹੈ। ਇਸ ਤੋਂ ਬਾਅਦ ਸੰਵਿਧਾਨ ਦੀ ਜਿਹੜੀ ਅਗਲੀ ਵਿਸ਼ੇਸ਼ਤਾ ਹੈ ਉਹ ਹੈ ਲਚਕੀਲਾ ਅਤੇ ਕਠੋਰ ਸੰਵਿਧਾਨ। ਆਪਣੇ ਭਾਰਤ ਦਾ ਸੰਵਿਧਾਨ ਲਚਕੀਲਾ ਅਤੇ ਕਠੋਰ ਹੈ। ਲਚਕੀਲਾ ਸੰਵਿਧਾਨ ਕਿਹੜਾ ਹੁੰਦਾ ਹੈ? ਲਚਕੀਲਾ ਸੰਵਿਧਾਨ ਉਹ ਹੁੰਦਾ ਹੈ ਜਿਸ ਨੂੰ ਕਿਸੇ ਵੀ ਸਮੇਂ ਬੜੀ ਆਸਾਨੀ ਨਾਲ
ਮਤਲਬ ਇਹ ਹੈ ਕਿ ਸਧਾਰਨ ਬਹੁਮਤ ਨਾਲ ਬਦਲ ਸਕਦੇ ਹਾਂ। ਅਤੇ ਕਠੋਰ ਸੰਵਿਧਾਨ ਵਿੱਚ ਸੋਧ ਕਰਨ ਦਾ ਜਿਹੜਾ ਢੰਗ ਹੈ ਉਹ ਬਹੁਤ ਔਖਾ ਹੁੰਦਾ ਹੈ। ਇੰਗਲੈਂਡ ਦਾ ਸੰਵਿਧਾਨ ਲਚਕੀਲਾ ਹੈ। ਇਸ ਦੇ ਉਲਟ ਜਿਹੜਾ ਅਮਰੀਕਾ ਦਾ ਸੰਵਿਧਾਨ ਹੈ ਉਹ ਬਹੁਤ ਕਠੋਰ ਹੈ। ਪਰ ਭਾਰਤ ਦਾ ਸੰਵਿਧਾਨ ਅਮਰੀਕਾ ਦੇ ਸੰਵਿਧਾਨ ਵਰਗਾ ਨਾ ਤਾਂ ਜ਼ਿਆਦਾ ਕਠੋਰ ਹੈ ਅਤੇ ਨਾ ਹੀ ਲਚਕੀਲਾ ਹੈ। ਸਾਡੇ ਸੰਵਿਧਾਨਿਕ ਸੋਧ ਵਿੱਚ ਇਸ ਲਈ ਵਿਚਕਾਰ ਵਾਲਾ ਰਸਤਾ ਅਪਣਾਇਆ ਗਿਆ ਹੈ। ਅਗਲੀ ਆਪਣੇ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਸੰਘਾਤਮਕ ਸਰਕਾਰ। ਹੁਣ ਸੰਘਾਤਮਕ ਸਰਕਾਰ ਤੋਂ ਕੀ ਭਾਵ ਹੈ? ਸਾਡੇ ਸੰਵਿਧਾਨ ਦੀ ਇੱਕ ਬੜੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਕਿ ਇਸ ਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਸੰਘਾਤਮਕ ਸ਼ਾਸਨ ਲਈ ਕਿਹੜੇ ਲੱਛਣ ਹੋਣੇ ਜ਼ਰੂਰੀ ਨੇ? ਉਹ ਸਭ ਤੋਂ ਪਹਿਲਾਂ ਸ਼ਕਤੀਆਂ ਦੀ ਵੰਡ, ਦੂਸਰਾ ਲਿਖਤੀ ਅਤੇ ਕਠੋਰ ਸੰਵਿਧਾਨ, ਤੀਸਰਾ ਸੰਵਿਧਾਨ ਦੀ ਸਰਵਉੱਚਤਾ, ਚੌਥਾ ਸੁਤੰਤਰ ਨਿਆਂਪਾਲਿਕਾ, ਪੰਜਵਾਂ ਹੈ ਦੋ ਸਦਨੀ ਵਿਧਾਨ ਮੰਡਲ। ਜਿੱਥੇ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਉੱਥੇ ਸੰਘਾਤਮਕ ਸਰਕਾਰ ਹੁੰਦੀ ਹੈ। ਪਿਛਲੀ ਵੀਡੀਓ ਵਿੱਚ ਆਪਾਂ ਦੇਖਿਆ ਸੀ ਕਿ ਸੰਵਿਧਾਨ ਵਿੱਚ ਕਾਨੂੰਨਾਂ ਦੀ ਰੱਖਿਆ ਦੇ ਲਈ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਉਸੇ ਤਰ੍ਹਾਂ ਭਾਰਤ ਦੇ ਵਿੱਚ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਹੈ ਜਿਹੜੀ ਕਿ ਸਾਰਿਆਂ ਨੂੰ ਨਿਆਂ ਦਿਵਾਉਣ ਦਾ ਕੰਮ ਕਰਦੀ ਹੈ। ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਫਲਤਾ ਲਈ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਨਿਆਂ ਲਈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਹੁੰਦੀ ਕਿਹੜੀ ਹੈ? ਉਹ ਹੁੰਦੀ ਹੈ ਜਿਹੜੀ ਬਿਨਾਂ ਕਿਸੇ ਲਾਲਚ, ਡਰ, ਪ੍ਰਭਾਵ ਜਾਂ ਦਬਾਓ ਜਾਂ ਪੱਖਪਾਤ ਤੋਂ ਕਾਨੂੰਨ ਅਨੁਸਾਰ ਫੈਸਲੇ ਕਰਦੀ ਹੈ। ਸੁਤੰਤਰ ਨਿਆਂਪਾਲਿਕਾ ਕੇਂਦਰ ਦੇ ਰਾਜਾਂ ਦੇ ਆਪਸੀ ਝਗੜੇ ਜਾਂ ਨਾਗਰਿਕ ਅਤੇ ਰਾਜ ਵਿਚਕਾਰ ਹੋਣ ਵਾਲੇ ਝਗੜਿਆਂ ਦੇ ਫੈਸਲੇ ਸਰਕਾਰੀ ਸ਼ਕਤੀ ਤੋਂ ਬਿਨਾਂ ਡਰੇ ਪ੍ਰਭਾਵਿਤ ਹੋਏ ਕਰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੋ ਆਪਣੇ ਸੰਵਿਧਾਨ ਵਿੱਚ ਜਿਹੜੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਹੋਈ ਹੈ ਪੂਰਨ ਤੌਰ 'ਤੇ ਸੁਤੰਤਰ ਹੈ ਨਿਆਂ ਕਰਨ ਦੇ ਮਾਮਲੇ ਵਿੱਚ। ਭਾਰਤ ਵਿੱਚ ਨਿਆਂ ਦੇਣ ਦੇ ਲਈ ਸੁਪਰੀਮ ਕੋਰਟ, ਹਾਈ ਕੋਰਟ ਅਤੇ ਇਸ ਤੋਂ ਇਲਾਵਾ ਕੁਝ ਹੋਰ ਅਧੀਨ ਕੋਰਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਆਜ਼ਾਦ ਅਤੇ ਨਿਰਪੱਖ ਹੋ ਕੇ ਫੈਸਲੇ ਕਰਦੀਆਂ ਹਨ। ਇੱਥੋਂ ਪਤਾ ਲੱਗਦਾ ਹੈ ਕਿ ਆਪਣੇ ਭਾਰਤ ਦੀ ਨਿਆਂਪਾਲਿਕਾ ਉਹ ਸੁਤੰਤਰ ਅਤੇ ਨਿਰਪੱਖ ਤੌਰ 'ਤੇ ਕੰਮ ਕਰਦੀ ਹੈ। ਹੁਣ ਅਗਲੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਸੰਸਦੀ ਸਰਕਾਰ। ਸੰਸਦੀ ਸਰਕਾਰ ਦਾ ਮਤਲਬ ਉਹੀ ਕਿ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਇੱਕ ਕਾਰਜਪਾਲਿਕਾ ਹੈ, ਇੱਕ ਵਿਧਾਨ ਪਾਲਿਕਾ ਹੈ, ਨਿਆਂਪਾਲਿਕਾ ਹੈ। ਹੁਣ ਆਪਾਂ ਇਸ ਬਾਰੇ ਹੋਰ ਜਾਣਕਾਰੀ ਦੇਖਦੇ ਹਾਂ। ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਅਜਿਹੀ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਨਾਮਾਤਰ ਹੁੰਦਾ ਹੈ। ਸ਼ਾਸਨ ਕਰਨ ਦੀ ਅਸਲੀ ਸ਼ਕਤੀ ਮੰਤਰੀ ਮੰਡਲ ਕੋਲ ਹੁੰਦੀ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਹਨ। ਮੰਤਰੀ ਮੰਡਲ ਆਪਣੀਆਂ ਨੀਤੀਆਂ, ਕਾਰਜਾਂ ਅਤੇ ਫੈਸਲਿਆਂ ਲਈ ਸੰਸਦ ਦੇ ਹਰਮਨ ਪਿਆਰੇ ਹੇਠਲੇ ਸਦਨ ਯਾਨੀ ਕਿ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦਾ ਹੈ। ਹੁਣ ਸਰਕਾਰ ਅਪਰਤੱਖ ਤੌਰ 'ਤੇ ਜਨਤਾ ਪ੍ਰਤੀ ਉੱਤਰਦਾਈ ਹੁੰਦੀ ਹੈ। ਸੰਸਦੀ ਸਰਕਾਰ ਦਾ ਨਮੂਨਾ ਭਾਰਤ ਨੇ ਇੰਗਲੈਂਡ ਤੋਂ ਗ੍ਰਹਿਣ ਕੀਤਾ ਹੈ। ਹੁਣ ਇੱਥੇ ਜਿਹੜੀ ਆਪਣੀ ਸਰਕਾਰ ਹੈ ਉਹਨੂੰ ਲੋਕ ਚੁਣਦੇ ਹਨ ਅਪਰਤੱਖ ਤੌਰ 'ਤੇ। ਹੁਣੇ ਆਪਾਂ ਦੇਖਿਆ ਕਿ ਜਿਹੜੀ ਆਪਣੇ ਦੇਸ਼ ਦੀ ਸਰਕਾਰ ਹੈ ਉਹਨੂੰ ਜਨਤਾ ਚੁਣਦੀ ਹੈ। ਅਤੇ ਜਨਤਾ ਚੁਣਦੀ ਕਿਵੇਂ ਹੈ? ਇਹ ਬਾਲਗ ਮਤ ਅਧਿਕਾਰ ਰਾਹੀਂ ਚੁਣਦੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਅਸਲ ਪ੍ਰਭੂਸੱਤਾ ਹੈ ਉਹ ਜਨਤਾ ਦੇ ਕੋਲ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਜਿਹੜਾ ਆਰੰਭ ਹੈ ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਹੁੰਦਾ ਹੈ, ਜੋ ਇਸ ਗੱਲ ਦੇ ਸੂਚਕ ਹਨ ਕਿ ਇਹ ਸੰਵਿਧਾਨ ਭਾਰਤ ਦੇ ਲੋਕਾਂ ਨੇ ਦਿੱਤਾ ਹੈ। ਹਰੇਕ 18 ਸਾਲਾਂ ਦਾ ਉਹ ਭਾਰਤੀ ਨਾਗਰਿਕ ਜੋ ਸੰਵਿਧਾਨ ਦੇ ਅਨੁਸਾਰ ਅਨੁਕੂਲ ਹੈ ਉਹ ਵੋਟ ਦੇ ਸਕਦਾ ਹੈ ਬਿਨਾਂ ਕਿਸੇ ਭੇਦਭਾਵ ਦੇ। ਆਪਣੀ ਜਿਹੜੀ ਅਗਲੀ ਵਿਸ਼ੇਸ਼ਤਾ ਹੈ ਉਹ ਹੈ ਮੌਲਿਕ ਅਧਿਕਾਰ ਅਤੇ ਉਸ ਦੇ ਨਾਲ ਹੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਹੁਣ ਆਪਾਂ ਇਸ ਬਾਰੇ ਦੇਖਦੇ ਹਾਂ। ਸੰਵਿਧਾਨ ਦੇ ਤੀਜੇ ਅਧਿਆਇ ਵਿੱਚ ਮੌਲਿਕ ਅਧਿਕਾਰਾਂ ਅਤੇ ਚੌਥੇ ਅਧਿਆਇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ। ਹੁਣ ਆਪਣੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਵਿੱਚ ਕਿਹੜੇ ਅਧਿਕਾਰ ਆਉਣਗੇ? ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਧਰਮ ਦੀ ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੱਭਿਆਚਾਰਕ ਅਤੇ ਸਿੱਖਿਆ ਸੰਬੰਧੀ ਅਧਿਕਾਰ। ਸੰਵਿਧਾਨਕ ਉਪਾਵਾਂ ਦੇ ਅਧਿਕਾਰਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਇਹਨਾਂ ਬਾਰੇ ਹੋਰ ਡਿਟੇਲ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ। ਰਾਜ ਦੀ ਨੀਤੀ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਆਇਰਲੈਂਡ ਤੋਂ ਲਏ ਗਏ ਹਨ ਉਹਨਾਂ ਵਿੱਚ ਸਮਾਜਵਾਦੀ, ਗਾਂਧੀਵਾਦੀ ਅਤੇ ਉਦਾਰਵਾਦੀ ਸਿਧਾਂਤਾਂ ਬਾਰੇ ਗੱਲ ਕੀਤੀ ਗਈ ਹੈ। ਹੁਣ ਜਿਹੜਾ ਆਪਣਾ
ਅਗਲੀ ਵਿਸ਼ੇਸ਼ਤਾ ਹੈ ਉਹ ਨੇ ਮੌਲਿਕ ਕਰਤੱਵ। ਮੌਲਿਕ ਸੰਵਿਧਾਨ ਵਿੱਚ ਭਾਰਤੀ ਨਾਗਰਿਕਾਂ ਦੇ ਕਰਤੱਵਾਂ ਦਾ ਵਰਣਨ ਨਹੀਂ ਕੀਤਾ ਗਿਆ ਸੀ। ਸੰਵਿਧਾਨ ਦੀ 42ਵੀਂ ਸੋਧ 1976 ਰਾਹੀਂ ਸੰਵਿਧਾਨ ਵਿੱਚ ਇੱਕ ਨਵਾਂ ਭਾਗ 4th A ਦਰਜ ਕੀਤਾ ਗਿਆ ਅਤੇ 51 A ਨੰਬਰ ਦੇ ਇੱਕ ਨਵੇਂ ਅਨੁਛੇਦ ਦੇ ਅਧੀਨ ਭਾਰਤੀ ਨਾਗਰਿਕਾਂ ਦੇ ਕਰਤੱਵ ਅੰਕਿਤ ਕੀਤੇ ਗਏ ਹਨ। 86ਵੀਂ ਸੋਧ ਰਾਹੀਂ ਇੱਕ ਨਵਾਂ ਕਰਤੱਵ ਹੋਰ ਸ਼ਾਮਿਲ ਕੀਤਾ ਗਿਆ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਮੌਲਿਕ ਕਰਤੱਵਾਂ ਦੀ ਗਿਣਤੀ 11 ਹੋ ਗਈ ਹੈ। ਜਿਹੜੇ ਇਹ ਆਪਾਂ ਮੌਲਿਕ ਅਧਿਕਾਰਾਂ ਤੋਂ ਬਾਅਦ ਮੌਲਿਕ ਕਰਤੱਵਾਂ ਵਾਲਾ ਲਏ ਹਨ, ਇਹ ਆਪਾਂ ਰਸ਼ੀਆ ਤੋਂ ਲਏ ਹਨ। ਆਪਣੇ ਸੰਵਿਧਾਨ ਦੀ ਅਗਲੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ। ਭਾਰਤੀ ਸੰਵਿਧਾਨ ਦੇ ਅਧੀਨ ਰਾਸ਼ਟਰਪਤੀ ਨੂੰ 3 ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਸੌਂਪੀਆਂ ਗਈਆਂ ਹਨ। ਉਹ ਆਰਟੀਕਲ 352, 356 ਅਤੇ 360 ਦੇ ਅਧੀਨ ਦਿੱਤੀਆਂ ਗਈਆਂ ਹਨ। ਇਹਨਾਂ ਸੰਕਟਕਾਲੀਨ ਸ਼ਕਤੀਆਂ ਬਾਰੇ ਡਿਟੇਲ ਵਿੱਚ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ। ਇਹ ਤਿੰਨੋਂ ਸੰਕਟਕਾਲੀਨ ਸ਼ਕਤੀਆਂ, ਪਹਿਲੀ ਹੈ ਰਾਸ਼ਟਰੀ ਸੰਕਟਕਾਲੀਨ ਸ਼ਕਤੀ, ਦੂਸਰੀ ਹੈ ਰਾਜ ਦਾ ਸੰਵਿਧਾਨਿਕ ਸੰਕਟ ਅਤੇ ਤੀਸਰੀ ਹੈ ਵਿੱਤੀ ਸੰਕਟਕਾਲੀਨ ਸ਼ਕਤੀਆਂ। ਇਹ ਉਸ ਸਮੇਂ ਲਗਾਈਆਂ ਜਾਂਦੀਆਂ ਹਨ ਜਦੋਂ ਕਿ ਆਪਣੇ ਰਾਜ ਵਿੱਚ ਨਾਜ਼ੁਕ ਅਤੇ ਖਤਰਨਾਕ ਹਾਲਾਤ ਪੈਦਾ ਹੋ ਜਾਂਦੇ ਹਨ। ਉਸ ਸਮੇਂ ਸਾਰੇ ਦੇਸ਼ ਵਿੱਚ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਗੂ ਹੋ ਜਾਂਦਾ ਹੈ। ਇਹਨਾਂ ਤੋਂ ਇਲਾਵਾ ਆਪਣੇ ਭਾਰਤੀ ਸੰਵਿਧਾਨ ਦੀਆਂ ਕੁਝ ਵਿਚਿੱਤਰ ਵਿਸ਼ੇਸ਼ਤਾਵਾਂ ਹਨ। ਉਹਨਾਂ ਵਿੱਚ ਇਕਹਿਰੀ ਨਾਗਰਿਕਤਾ ਦੇਣਾ, ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕਰਨਾ, ਹਿੰਦੀ ਨੂੰ ਦੇਵਨਾਗਰੀ ਲਿਪੀ ਵਿੱਚ ਕੇਂਦਰੀ ਜਾਂ ਰਾਸ਼ਟਰ ਭਾਸ਼ਾ ਪ੍ਰਵਾਨ ਕਰਨਾ ਅਤੇ ਬਾਕੀ 18 ਪ੍ਰਮੁੱਖ ਰਾਸ਼ਟਰੀ ਭਾਸ਼ਾਵਾਂ ਨੂੰ ਮਾਨਤਾ ਦੇਣੀ, ਦਲ ਬਦਲੀ ਦੀ ਮਨਾਹੀ ਕਰਨੀ, ਛੂਤ-ਛਾਤ ਨੂੰ ਸਮਾਪਤ ਕਰਨਾ, ਸੰਵਿਧਾਨਿਕ ਮਾਨਤਾ ਤੋਂ ਬਿਨਾਂ ਸੰਪੱਤੀ ਦਾ ਅਧਿਕਾਰ ਦੇਣਾ, ਕਠੋਰਤਾ ਅਤੇ ਲਚਕੀਲੇਪਨ ਦਾ ਮਿਸ਼ਰਣ ਕਰਨਾ, ਕਈ ਸਰੋਤਾਂ ਤੋਂ ਸੰਵਿਧਾਨ ਘੜਨਾ ਆਦਿ ਸਾਡੇ ਸੰਵਿਧਾਨ ਦੀਆਂ ਵਿਚਿੱਤਰ ਵਿਸ਼ੇਸ਼ਤਾਵਾਂ ਹਨ। ਅੱਜ ਆਪਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀਤੀਆਂ। ਅਗਲੇ ਵਿੱਚ ਆਪਾਂ ਆਪਣੇ ਸੰਵਿਧਾਨ ਦੇ ਸਾਰੇ ਪਾਰਟ ਇੱਕ ਇੱਕ ਕਰਕੇ ਕਰਾਂਗੇ। ਥੈਂਕ ਯੂ ਸੋ ਮਚ।